ਅਜਿਹੇ ਨੌਜਵਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਜਨਮ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੋਇਆ, ਪਰ ਜਿਉਂ-ਜਿਉਂ ਉਹਨਾਂ ਨੇ ਸੁਰਤ ਸਾਂਭੀ ਉਹਨਾਂ ਦਾ ਜਿਹੜਾ ਰੁਝਾਨ ਸੀ ਉਹ ਸਿੱਖੀ ਵੱਲ ਹੋ ਗਿਆ। ਆਪਣੇ ਹੱਥਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਤਾਰਾ ਇਹ ਕਰ ਰਹੇ ਨੇ। ਬਹੁਤ ਹੀ ਮੱਧਮ ਵਰਗੇ ਪਰਿਵਾਰ ਤੋਂ ਸੰਬੰਧਿਤ ਮਨਕੀਰਤ ਸਿੰਘ, ਤੁਹਾਡਾ ਮਨਕੀਰਤ ਸਿੰਘ ਬਣਨ ਤੋਂ ਪਹਿਲਾਂ ਕੀ ਨਾਮ ਸੀ? ਜਨਮ ਤੋਂ ਤਾਂ ਵੇਖੋ ਮੈਂ ਹਿੰਦੂ ਪਰਿਵਾਰ ਦੇ ਵਿੱਚ ਜਨਮ ਲਿਆ ਸੀ। ਚਲੋ ਮੇਰਾ ਨਾਮ ਜਗਨਦੀਪ ਕੁਮਾਰ ਸੀ ਪਹਿਲਾਂ, ਪਰ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਦੋਂ ਬਾਅਦ ਪੰਜ ਪਿਆਰਿਆਂ ਨੇ ਕਿਰਪਾ ਕੀਤੀ ਤੇ ਮੈਨੂੰ ਮਨਕੀਰਤ ਸਿੰਘ ਦਾ ਨਾਮ ਦਿੱਤਾ। ਪਰ ਉਸ ਜੀਵਨ ਤੇ ਇਸ ਜੀਵਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਦੁੱਖ ਲੱਗਿਆ ਫਿਰ ਸਤਿਗੁਰੂ ਨੇ ਕਿਰਪਾ ਕੀਤੀ, ਮਨ ਇੱਧਰਲੇ ਵਾਲੇ ਪਾਸੇ ਜੁੜਿਆ। ਕਬੀਰ ਸਾਹਿਬ ਦੀ ਬਾਣੀ ਸੁਣਦੇ ਸੀ, ਚਲੋ ਚੰਗੀ ਲੱਗਦੀ ਸੀ। ਹੌਲੀ ਹੌਲੀ ਕਰਦੇ ਮਨ ਨੇ ਬਦਲਾਅ ਕਬੂਲ ਕਰ ਲਿਆ। ਇੱਕ ਮੈਂ ਸੰਸਾਰ ਦਾ ਕੌੜਾ ਸੱਚ ਜਿਹੜਾ ਹੈ ਉਹ ਮੈਂ ਬੋਲਣ ਲੱਗਿਆ। ਬੇਸ਼ੱਕ ਅਸੀਂ ਚੰਦਰਮਾ ਤੱਕ ਪਹੁੰਚ ਗਏ ਜਾਂ ਅਸੀਂ ਸੰਸਾਰ ਦੀਆਂ ਬਹੁਤ ਸਾਰੀਆਂ ਉਪਾਧੀਆਂ ਪਾ ਲਈਆਂ ਨੇ, ਪਰ ਸਾਡੇ ਮਨਾਂ ਦੇ ਅੰਦਰੋਂ ਜਾਤੀਵਾਦ ਦਾ ਭੇਦਭਾਵ, ਛੋਟੇ ਨੀਵੇਂ ਬੱਚੇ ਦਾ ਇਹ ਭੇਦਭਾਵ ਕਦੇ ਨਹੀਂ ਜਾਂਦਾ। ਤੇ ਮੈਂ ਬੇਸ਼ੱਕ ਹਿੰਦੂ ਪਰਿਵਾਰ ਦੇ ਵਿੱਚੋਂ ਜਨਮਿਆ, ਪਰ ਇੱਕ ਗੱਲ ਮੈਂ ਕਹੂੰਗਾ, ਮੈਂ ਸਿੱਖਾਂ ਦੇ ਘਰੇ ਇਹੋ ਜਿਹੇ ਬੱਚੇ ਪੈਦਾ ਹੋਏ ਦੇਖੇ ਨੇ, ਇਹੋ ਜਿਹੇ ਬੰਦੇ ਦੇਖੇ ਨੇ ਜਿਹੜੇ ਗੁਰੂ 'ਤੇ ਪੂਰਨ ਭਰੋਸਾ ਨਹੀਂ ਕਰਦੇ ਵੀ ਅਸੀਂ ਅਰਦਾਸ ਕੀਤੀ ਹੈ ਸ਼ਾਇਦ ਇੱਦਾਂ ਹੋਊਗਾ ਕਿ ਨਹੀਂ ਹੋਊਗਾ। ਅਰਦਾਸ ਦਾ ਮਤਲਬ ਹੁੰਦਾ ਵੀ ਸਰੈਂਡਰ ਹੋ ਕੇ ਬਿਲਕੁਲ ਆਪਣਾ ਆਪ ਤਿਆਗ ਕੇ ਤੇ ਉਹਨੂੰ ਕਹਿਤਾ ਵੀ ਤੂੰ ਕਰਨਾ ਜਿਹੜਾ ਕੁਛ ਕਰਨਾ। ਤੁਸੀਂ ਲਗਾਤਾਰ 3 ਸਾਲਾਂ ਤੋਂ ਤੁਸੀਂ ਲਿਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ, ਤੇ ਹੁਣ ਕਿੰਨੇ ਅੰਗ ਜਿਹੜੇ ਹੈ ਤੁਸੀਂ ਉਹ ਪੂਰੇ ਕਰ ਚੁੱਕੇ ਹੋ? 365 ਅੰਗ ਸੰਪੂਰਨ ਹੋ ਚੁੱਕੇ ਨੇ। ਉਹਨਾਂ ਦੇ ਉੱਤੇ ਮੈਂ ਗੋਲਡ ਲਾ ਰਿਹਾ। ਆਪ ਜੀ ਦਰਸ਼ਨ ਕੀਤੇ ਸਾਰੀ ਸੰਗਤ ਨੇ, ਤੇ ਉਹ ਗੋਲਡ ਲਾ ਰਿਹਾ ਕਿਉਂਕਿ ਹੁਣ ਸਾਉਣ ਤੇ ਭਾਦੋਂ 2 ਮਹੀਨੇ ਸੇਵਾ ਨਹੀਂ ਹੁੰਦੀ, ਇਸ ਕਰਕੇ ਫਿਰ ਵੀ ਮੈਂ ਗੋਲਡ ਲਾਉਣ ਦੀ ਸ਼ੁਰੂ ਕੀਤਾ। ਸ਼ਾਹੀ ਲਿਖ ਨਹੀਂ ਸਕਦੇ, ਹੁਣ ਫੰਗਸ ਹੋ ਜਾਂਦੀ ਹੈ ਥੋੜ੍ਹੀ ਜਿਹੀ, ਤਾਂ ਕਰਕੇ ਫਿਰ ਮੈਂ ਹੁਣ ਗੋਲਡ ਲਾ ਰਿਹਾ ਵੀ ਉਹਨਾਂ 2 ਮਹੀਨਿਆਂ ਦੇ ਵਿੱਚ ਇਹ ਕੰਮ ਕੰਪਲੀਟ ਕੀਤਾ ਜਾਵੇ। ਵੀਰ ਜੀ ਕਿੰਨਾ ਖਰਚਾ ਹੋ ਚੁੱਕਿਆ ਤੇ ਹੋਰ ਟੋਟਲ ਕਿੰਨਾ ਖਰਚਾ ਇਹਦੇ ਤੇ ਲੱਗਣਾ ਹੈਗਾ? ਦੇਖੋ ਜੀ, ਪਹਿਲਾਂ ਜਿਹੜਾ ਸਮਾਂ ਸੀ ਹੁਣ ਹੋਰ ਸਮਾਂ ਹੈ। ਮੈਂ ਪਹਿਲਾਂ ਕੁਝ ਹੋਰ ਕਿਹਾ ਸੀ, ਹੁਣ ਹੋਰ ਕਹਿ ਰਹੇ ਹਾਂ। ਕਾਰਨ ਇਹ ਹੈ ਵੀ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਮੈਂ ਸਿਰਫ ਇਹ ਸੋਚਿਆ ਸੀ ਵੀ ਸ਼ਾਹੀ ਨਾਲ ਲਿਖਾਂਗੇ ਇਕੱਲਾ। ਅੱਛਾ ਜੀ। ਤੇ ਉਸ ਤੋਂ ਬਾਅਦ ਗੋਲਡ ਪਾ ਕੇ ਸ਼ਾਹੀ ਨਾਲ ਲਿਖਾਂਗੇ ਇਕੱਲਾ। ਉਸ ਤੋਂ ਬਾਅਦ ਜਦੋਂ ਵਿੱਚ ਵਿਚਰੇ ਤਾਂ ਪਤਾ ਲੱਗਿਆ ਵੀ ਕਾਗਜ਼ ਨੂੰ ਹੋਰ ਲੰਮਾ ਕਰਨ ਵਾਸਤੇ ਆਪਾਂ ਉਹਦੇ ਉੱਤੇ ਸੋਨਾ ਲਾ ਦਈਏ ਤਾਂ ਹੋਰ ਵੀ ਹੋ ਸਕਦਾ ਹੈ। ਘੱਟੋ ਘੱਟ ਦੇਖੋ ਵੀ ਹੁਣ ਤਾਂ ਹੀ ਖਰਚਾ ਜਿਹੜਾ 15-20 ਲੱਖ ਰੁਪਏ ਦਾ ਹੋ ਚੁੱਕਿਆ ਹੋਊਗਾ। ਅੱਗੇ ਪਰ ਹੋਰ ਹੋ ਸਕਦਾ ਹੈ ਕਿਉਂਕਿ ਅੰਗ ਦੇ ਉੱਤੇ, ਇੱਕ ਅੰਗ ਦੇ ਉੱਤੇ ਕਰੀਬ 9,000 ਰੁਪਏ ਦਾ, 8-9,000 ਰੁਪਏ ਦਾ ਸੋਨਾ ਲੱਗਦਾ ਹੈ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਕਹਿੰਦੇ ਨੇ ਕਿ ਗੁਰੂ ਸਾਹਿਬ ਦੀ ਮਰਜ਼ੀ ਤੋਂ ਬਿਨਾ ਜਿਹੜਾ ਪੱਤਾ ਹੈ ਉਹ ਵੀ ਨਹੀਂ ਝੂਲਦਾ। ਉਹਨਾਂ ਦੇ ਹੁਕਮ ਤੋਂ ਬਿਨਾ ਇਸ ਸ੍ਰਿਸ਼ਟੀ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ। ਅੱਜ ਸਿੱਖ ਅਪਡੇਟ ਤੇ ਤੁਹਾਨੂੰ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਜਨਮ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੋਇਆ, ਪਰ ਜਿਉਂ-ਜਿਉਂ ਉਹਨਾਂ ਨੇ ਸੁਰਤ ਸਾਂਭੀ ਉਹਨਾਂ ਦਾ ਜਿਹੜਾ ਰੁਝਾਨ ਸੀ ਉਹ ਸਿੱਖੀ ਵੱਲ ਹੋ ਗਿਆ ਅਤੇ ਹਿੰਦੂ ਤੋਂ ਸਿੱਖ ਬਣ ਗਏ ਮਨਕੀਰਤ ਸਿੰਘ। ਸਾਡੇ ਨਾਲ ਮੌਜੂਦ ਨੇ ਇਸ ਵੇਲੇ। ਮੈਂ ਬਠਿੰਡਾ ਦੇ ਭਗਤਾ ਭਾਈਕਾ ਵਿਖੇ ਮੌਜੂਦ ਹਾਂ ਤੇ ਮੇਰੇ ਨਾਲ ਉਹ ਨੌਜਵਾਨ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਸਿੰਘ ਸਜੇ ਹੋਏ ਨੇ ਔਰ ਇਸ ਤੋਂ ਇਲਾਵਾ ਆਪਣੇ ਹੱਥਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਤਾਰਾ ਇਹ ਕਰ ਰਹੇ ਨੇ। ਬਹੁਤ ਹੀ ਮੱਧਮ ਵਰਗੇ ਪਰਿਵਾਰ ਤੋਂ ਸੰਬੰਧਿਤ ਮਨਕੀਰਤ ਸਿੰਘ, ਜਿਨ੍ਹਾਂ ਨੇ ਇਹ
ਨੇਕ ਉਪਰਾਲਾ ਕੀਤਾ, ਆਪਣੇ ਆਪ ਨੂੰ ਸਿੱਖੀ ਵੱਲ ਲਾਇਆ, ਜਾਂ ਫਿਰ ਅਸੀਂ ਕਹੀਏ ਕਿ ਆਪਣੇ ਆਪ ਨੂੰ ਪ੍ਰਭੂ ਚਰਨਾਂ ਦੇ ਵਿੱਚ ਲਾਇਆ। ਕਿਉਂਕਿ ਜਿਹੜੇ ਨੌਜਵਾਨ ਨੇ ਅੱਜ ਕੱਲ੍ਹ ਦੇ, ਉਹਨਾਂ ਨੂੰ ਤਾਂ ਹੋਰ ਹੀ ਹੋੜ ਲੱਗੀ ਹੁੰਦੀ ਹੈ, ਜਾਂ ਤਾਂ ਅੱਜ ਕੱਲ੍ਹ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ, ਜਾਂ ਫਿਰ ਜਿਹੜੇ ਇੱਥੇ ਰਹਿ ਗਏ ਨੇ, ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦੇ ਵਿੱਚ ਧੱਸੇ ਹੋਏ ਨੇ। ਪਰ ਮੈਂ ਕਹੂੰਗੀ ਕਿ ਮਨਕੀਰਤ ਸਿੰਘ ਜੀ ਦੇ ਉੱਪਰ ਪਰਮਾਤਮਾ ਦੀ ਅਸੀਮ ਕਿਰਪਾ ਹੈ ਕਿ ਜੋ ਇਹ ਭਗਤੀ ਵੱਲ ਲੱਗੇ। ਔਰ ਇੱਕ ਗੱਲ ਹੋਰ ਮੈਂਸ਼ਨ ਕਰਨਾ ਚਾਹੂੰਗੀ ਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ ਮੂਲ ਰੂਪ ਤੋਂ ਬਹੁਤ ਹੀ ਮੱਧਮ ਵਰਗੀ ਪਰਿਵਾਰ ਤੋਂ ਨੇ। ਪਿਤਾ ਜੀ ਬੱਕਰੀਆਂ ਚਰਾਉਂਦੇ ਸੀ, ਗਾਈਆਂ ਚਰਾਉਂਦੇ ਸੀ, ਮਾਤਾ ਜੀ ਘਰਾਂ ਦੇ ਵਿੱਚ ਕੰਮ ਕਰਦੇ ਸੀ। ਕਿਉਂਕਿ ਵਾਲਮੀਕ ਪਰਿਵਾਰ ਤੋਂ ਸੰਬੰਧਿਤ ਨੇ ਬੇਸਿਕਲੀ। ਵਾਲਮੀਕੀ ਜੀ ਨੇ ਇਹਨਾਂ ਦੇ ਜੋ ਵੰਸ਼ ਦੇ ਸਰਪ੍ਰਸਤ ਨੇ, ਸ਼੍ਰੀ ਵਾਲਮੀਕੀ ਜੀ, ਉਹਨਾਂ ਨੇ ਰਾਮਾਇਣ ਲਿਖੀ ਸੀ, ਔਰ ਉਹਨਾਂ ਦੇ ਵੰਸ਼ਜ ਦੇ ਮਨਕੀਰਤ ਸਿੰਘ ਜੀ ਜੋ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰ ਰਹੇ ਨੇ। ਇਹਨਾਂ ਦੇ ਖੂਨ ਦੇ ਵਿੱਚ ਹੀ ਇਹ ਗੱਲ ਆ ਗਈ। ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਅੱਜ ਤਾਂ ਇੱਕ ਸਿੰਘ ਦੇ ਰੂਪ ਦੇ ਵਿੱਚੋਂ ਸਾਡੇ ਸਾਹਮਣੇ, ਪਰ ਮੈਂ ਕਹੂੰਗੀ ਕਿ ਮਨਕੀਰਤ ਸਿੰਘ ਬਣਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਵਿਚਰਦੇ ਸੀ, ਮਤਲਬ ਇਸ ਦੁਨੀਆ ਦੇ ਵਿੱਚ, ਜਾਂ ਪਹਿਲਾਂ ਤੁਹਾਡਾ ਮਨਕੀਰਤ ਸਿੰਘ ਬਣਨ ਤੋਂ ਪਹਿਲਾਂ ਕੀ ਨਾਮ ਸੀ? ਦੇਖੋ ਜੀ, ਚਲੋ ਜਨਮ ਤੋਂ ਆਪਾਂ ਕਹਿ ਦਿੰਦੇ ਹਾਂ ਵੀ ਕਰਮ ਤੋਂ, ਜਿਸ ਤਰ੍ਹਾਂ ਕਹਿ ਦਿੰਦੇ ਵੀ ਇਨਸਾਨ ਦੀ ਜਾਤ ਜਾਂ ਕੋਈ ਵੀ ਵੰਡ ਦੇ ਅਨੁਸਾਰ ਉਹਨੂੰ ਤੋਲਿਆ ਜਾ ਸਕਦਾ ਹੈ। ਜਨਮ ਤੋਂ ਤਾਂ ਵੇਖੋ ਮੈਂ ਹਿੰਦੂ ਪਰਿਵਾਰ ਦੇ ਵਿੱਚ ਜਨਮ ਲਿਆ ਸੀ। ਚਲੋ ਮੇਰਾ ਨਾਮ ਜਗਨਦੀਪ ਕੁਮਾਰ ਸੀ ਪਹਿਲਾਂ, ਪਰ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ, ਉਦੋਂ ਬਾਅਦ ਪੰਜ ਪਿਆਰਿਆਂ ਨੇ ਕਿਰਪਾ ਕੀਤੀ ਅਤੇ ਮੈਨੂੰ ਮਨਕੀਰਤ ਸਿੰਘ ਦਾ ਨਾਮ ਦਿੱਤਾ। ਅਤੇ ਉਸ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਵੀ ਜਿੱਥੇ ਵੀ ਅਸੀਂ ਮਤਲਬ ਕੀਰਤਨ ਵੀ ਕਰਕੇ ਆਏ ਹਾਂ ਜਾਂ ਉੱਦਾਂ ਵੀ ਕਿਤੇ ਮਕਬੂਲ ਗੁਰੂ ਸਾਹਿਬ ਨੇ ਕਰਵਾਇਆ ਤਾਂ ਉਹ ਮਨਕੀਰਤ ਸਿੰਘ ਦੇ ਨਾਮ ਤੋਂ ਹੀ ਕਰਵਾਇਆ ਹੈ। ਅਤੇ ਪਰ ਉਸ ਜੀਵਨ ਅਤੇ ਇਸ ਜੀਵਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਇੱਕ ਰਾਜਸ਼ਾਹੀ ਜੀਵਨ ਹੈ। ਭਾਵੇਂ ਗੁਰੂ ਸਾਹਿਬ ਜਿੰਨੀ ਮਰਜ਼ੀ ਗਰੀਬੀ ਦੇ ਵਿੱਚ ਰੱਖਣ, ਪਰ ਮਨ ਦੇ ਵਿੱਚ ਇੱਕ ਰਾਜਸ਼ਾਹੀ ਉਤਸ਼ਾਹ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਵੀ ਬਿਨਾਂ ਸੰਤੋਖ ਤੋਂ ਰਾਜਾ ਕੋਈ ਬਣ ਵੀ ਨਹੀਂ ਸਕਦਾ, ਸੰਤੋਖ ਤੋਂ ਬਿਨਾਂ ਕੋਈ ਰੱਜ ਵੀ ਨਹੀਂ ਸਕਦਾ। ਜਿਸ ਨੂੰ ਸੰਤੋਖ ਆ ਜਾਵੇ ਉਹ ਇਸ ਜਗਤ ਦਾ ਰਾਜਾ ਹੈ। ਤਾਂ ਕਰਕੇ ਜਿਹੜੇ ਸੰਤਾਂ ਨੂੰ ਇਸ ਜਗਤ ਦੇ ਬਾਦਸ਼ਾਹ ਪਾਤਸ਼ਾਹ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੁੰਦਾ। ਅਤੇ ਗੁਰੂ ਸਾਹਿਬ ਨੇ ਅਪਾਰ ਕੀਤਾ, ਕਿਰਪਾ ਕੀਤੀ ਹੈ ਵੀ ਇਹ ਜੀਵਨ ਬਖਸ਼ਿਸ਼ ਕੀਤਾ ਹੈ। ਤੁਹਾਡੇ ਪਰਿਵਾਰ ਦੇ ਵਿੱਚੋਂ ਸਿਰਫ ਤੁਹਾਨੂੰ ਹੀ ਪਰਮਾਤਮਾ ਨੇ ਚੁਣਿਆ, ਬਾਕੀ ਜਿਹੜਾ ਪਰਿਵਾਰ ਹੈ ਉਹ ਫਿਰ ਕਿਸ ਤਰ੍ਹਾਂ ਤੁਹਾਡੇ ਇਸ ਜਿੱਦਾਂ ਤੁਸੀਂ ਸਿੱਖੀ ਵੱਲ ਆਏ ਤਾਂ ਕਿੱਦਾਂ ਦਾ ਉਹਨਾਂ ਦਾ ਰਿਐਕਸ਼ਨ ਸੀਗਾ? ਦੇਖੋ, ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਥੋੜ੍ਹਾ ਜਿਹਾ ਹਰੇਕ ਪਰਿਵਾਰ ਨੂੰ ਹੁੰਦਾ ਹੀ ਹੈ ਵੀ ਸਾਡਾ ਬੱਚਾ ਕਿੱਧਰ ਜਾ ਰਿਹਾ ਹੈ ਨਾ, ਜਦੋਂ ਉਸ ਧਰਮ ਬਾਰੇ ਅਸੀਂ ਨਹੀਂ ਜਾਣਦੇ। ਪਰ ਤਕਰੀਬਨ ਪੰਜਾਬ ਦੇ ਵਿੱਚ ਰਹਿੰਦੇ ਜਿੰਨੇ ਵੀ ਹਿੰਦੂ ਵੀਰ ਨੇ ਉਹ ਬਹੁਤ ਜ਼ਿਆਦਾ ਗੁਰੂ ਘਰਾਂ ਦਾ ਸਤਿਕਾਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਅਤੇ ਅਕਸਰ ਜੁੜੇ ਰਹਿੰਦੇ ਨੇ। ਚਲੋ ਸਾਡੇ ਕੁਛ ਕੁ ਮਾਨਸਿਕ ਰੋਗੀਆਂ ਦੇ ਮਨਾਂ ਦੇ ਵਿੱਚ ਮਤਭੇਦ ਹੁੰਦੇ ਨੇ, ਉਹ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੇ ਉਹ, ਅਤੇ ਉਹ ਧਰਮ ਦਾ ਸਤਿਕਾਰ ਕਰਨ ਕਰਕੇ ਫਿਰ ਅਸੀਂ ਗੁਰੂ ਘਰ ਤਕਰੀਬਨ ਜਾਂਦੇ ਹੀ ਸੀਗੇ। ਅਤੇ ਥੋੜ੍ਹਾ ਜਿਹਾ ਬਸ ਹੋਇਆ ਸੀਗਾ ਇੱਕ ਵਾਰੀ, ਪਰ ਉਦੋਂ ਬਾਅਦ ਸਾਰਾ ਕੁਛ ਠੀਕ ਹੋ ਗਿਆ। ਹੁਣ ਦੇਖੋ ਵੀ ਸੇਵਾ ਵੀ ਚੱਲ ਰਹੀ ਹੈ, ਸਾਰਾ ਕੁਛ ਹੋ ਰਿਹਾ, ਉਹਦੇ ਵਿੱਚ ਸਾਰੇ ਜਣੇ ਮੇਰੇ ਪਰਿਵਾਰ ਦੇ ਮੈਂਬਰ ਸਹਿਯੋਗ ਦੇ ਰਹੇ ਨੇ। ਅਤੇ ਗੁਰੂ ਸਾਹਿਬ ਨੇ ਫਿਰ ਕਿਰਪਾ ਕੀਤੀ ਵੀ ਜਿਹੜਾ ਜੀਵਨ ਸਾਥਣ ਸੀ ਉਹ ਵੀ ਮਤਲਬ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤਧਾਰੀ ਮਿਲਿਆ, ਉੱਦਾਂ ਦਾ ਪਰਿਵਾਰ ਮਿਲ ਗਿਆ, ਅਤੇ ਸਾਰਾ ਕੁਛ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਜੀ। ਅਤੇ ਅੱਛਾ, ਉਹ ਮੂਮੈਂਟ ਦੱਸੋ ਤੁਸੀਂ ਸਾਨੂੰ, ਜਦੋਂ ਤੁਸੀਂ ਸਿੰਘ ਸਜੇ ਅਤੇ ਤੁਸੀਂ ਇਹ ਡਿਸਾਈਡ ਕੀਤਾ ਕਿ ਮੈਂ ਹੁਣ ਵੀ ਜਿਹੜਾ ਹੈਗਾ ਅੰਮ੍ਰਿਤ ਛਕਣਾ ਹੈਗਾ ਅਤੇ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰਨਾ ਹੈਗਾ। ਇਹ ਕਿੰਨੇ ਸਾਲ ਦੀ ਗੱਲ ਹੋ ਗਈ? ਇਹ ਘੱਟੋ ਘੱਟ ਦੇਖੋ 2009 ਦੇ ਵੇਲੇ ਤੋਂ ਸ਼ੁਰੂਆਤ ਹੋਈ ਸੀਗੀ ਵੀ ਜਦੋਂ ਮੈਂ ਕੇਸ ਰੱਖਣੇ ਸ਼ੁਰੂ ਕੀਤੇ। ਹੌਲੀ ਹੌਲੀ ਗੁਰੂ ਸਾਹਿਬ ਇੱਕ ਕਿਰਪਾ ਕਰਦੇ ਨੇ। ਸਭ ਤੋਂ ਵੱਡੀ ਦਾਤ ਗੁਰੂ ਸਾਹਿਬ ਦੀ ਇਹ ਹੈ ਵੀ ਉਹ ਦੁੱਖ ਦਿੰਦੇ ਨੇ ਜਦੋਂ ਕਿਸੇ ਨੂੰ ਆਪਣੇ ਨਾਲ ਜੋੜਨਾ ਹੋਵੇ। ਗੁਰੂ ਸਾਹਿਬ ਕਹਿੰਦੇ ਨੇ, ਦੁੱਖ ਦਾਰੂ ਸੁੱਖ ਰੋਗ ਪਿਆ ਅਤੇ ਜਾਂ ਸੁੱਖ ਤਾਮ ਨਾ ਹੋਏ। ਜਿਹੜਾ ਦੁੱਖ ਦੇ ਵਿੱਚ ਸੁੱਖ ਨਿਕਲੇ ਨਾ, ਉਹ ਪਰਮਾਨੰਦ ਦੇ ਵੱਲ ਲੈ ਕੇ ਜਾਂਦਾ ਹੈ।
ਜਦੋਂ ਦੁੱਖ ਲੱਗਿਆ ਫਿਰ ਸਤਿਗੁਰੂ ਨੇ ਕਿਰਪਾ ਕੀਤੀ, ਮਨ ਇੱਧਰਲੇ ਵਾਲੇ ਪਾਸੇ ਜੁੜਿਆ। ਕਬੀਰ ਸਾਹਿਬ ਦੀ ਬਾਣੀ ਸੁਣਦੇ ਸੀ, ਚਲੋ ਚੰਗੀ ਲੱਗਦੀ ਸੀ। ਹੌਲੀ ਹੌਲੀ ਕਰਦੇ ਮਨ ਨੇ ਬਦਲਾਅ ਕਬੂਲ ਕਰ ਲਿਆ। ਪਰ ਕੁਛ ਕੁ ਹਾਲਾਤ ਇੱਦਾਂ ਦੇ ਸੀ ਵੀ ਆਪ ਨੂੰ ਵੀ ਇੱਦਾਂ ਲੱਗਦਾ ਸੀ ਵੀ ਚਲੋ ਚੰਗੇ ਕਾਰਜ ਕਰਨੇ ਨੇ, ਅਤੇ ਸਿੱਖ ਧਰਮ ਤੋਂ ਪ੍ਰਭਾਵਿਤ ਵੀ ਹੋਏ ਬਹੁਤ ਸਾਰੀਆਂ ਗੱਲਾਂ ਕਰਕੇ। ਆਪ ਜੀ ਨੇ ਸਾਰਾ ਸੰਸਾਰ ਹੀ ਜਾਣਦਾ ਹੈ ਵੀ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤਾਂ ਮਤਲਬ ਲੋਕ ਸੌਦਾ ਮਹਿੰਗਾ ਕਰਦੇ ਨੇ ਅਤੇ ਸਿੱਖਾਂ ਦੇ ਲੰਗਰ ਲੱਗ ਜਾਂਦਾ ਹੈ। ਇਹ ਕੁਦਰਤੀ ਗੱਲ ਹੈ। ਇਹਨਾਂ ਗੱਲਾਂ ਵੀ ਛੋਟੀਆਂ ਛੋਟੀਆਂ ਗੱਲਾਂ ਕਰਕੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਪ੍ਰਭਾਵਿਤ ਹੋਏ ਅਤੇ ਫਿਰ ਜੀਵਨ ਬਦਲਾਅ ਹੋ ਗਿਆ। ਅਤੇ ਹੁਣ ਚਲੋ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ, ਸੇਵਾ ਕਰ ਰਹੇ ਹਾਂ, ਨਾਲ ਨਾਲ ਸਾਰਾ ਜੀਵਨ ਨਿਰਵਾਹ ਹੋਈ ਜਾਂਦਾ ਹੈ ਜੀ। ਅੱਛਾ, ਸੁਸਾਇਟੀ ਦਾ ਕਿਸ ਤਰ੍ਹਾਂ ਦਾ ਰਵੱਈਆ ਸੀ ਇਸ ਪ੍ਰਤੀ? ਤੁਸੀਂ ਜਿੱਦਾਂ ਕਿਹਾ ਵੀ ਜਦੋਂ ਰੱਬ ਦੇ ਨਾਲ ਆਪਣੇ ਨਾਲ ਜਦੋਂ ਰੱਬ ਜੋੜਦਾ ਹੈ ਤਾਂ ਦੁੱਖ ਦਿੰਦਾ ਹੈ ਨਾ, ਤਾਂ ਸੁਸਾਇਟੀ ਦਾ ਕਿੱਦਾਂ ਦਾ ਰਵੱਈਆ ਸੀ? ਹਿੰਦੂ ਤੋਂ ਸਿੱਖ ਬਣੇ, ਸੁਸਾਇਟੀ ਨੇ ਐਕਸੈਪਟ ਕੀਤਾ ਜਾਂ ਨਹੀਂ, ਜਾਂ ਤੁਹਾਨੂੰ ਕੀ ਉਸ ਸਮੇਂ ਜਿਹੜੇ ਚੈਲੰਜਿਸ ਸੀਗੇ ਉਹ ਤੁਹਾਨੂੰ ਫੇਸ ਕਰਨੇ ਪਏ? ਇੱਕ ਮੈਂ ਸੰਸਾਰ ਦਾ ਕੌੜਾ ਸੱਚ ਜਿਹੜਾ ਹੈ ਉਹ ਮੈਂ ਬੋਲਣ ਲੱਗਿਆ। ਬੇਸ਼ੱਕ ਅਸੀਂ ਚੰਦਰਮਾ ਤੱਕ ਪਹੁੰਚ ਗਏ ਜਾਂ ਅਸੀਂ ਸੰਸਾਰ ਦੀਆਂ ਬਹੁਤ ਸਾਰੀਆਂ ਉਪਾਧੀਆਂ ਪਾ ਲਈਆਂ ਨੇ, ਪਰ ਸਾਡੇ ਮਨਾਂ ਦੇ ਅੰਦਰੋਂ ਜਾਤੀਵਾਦ ਦਾ ਭੇਦਭਾਵ, ਛੋਟੇ ਨੀਵੇਂ ਉੱਚੇ ਦਾ ਇਹ ਭੇਦਭਾਵ ਕਦੇ ਨਹੀਂ ਜਾਂਦਾ। ਅੱਜ ਅਸੀਂ ਜੇ ਗੱਲ ਕਰੀਏ ਵੀ ਸਾਡੇ ਜਗਤ ਦੇ ਵਿੱਚ ਹਜੇ ਵੀ ਸਾਡੇ ਫਸਿਆ ਹੋਇਆ ਜਿਹੜੇ ਚੀਜ਼ ਤੋਂ ਗੁਰੂ ਨਾਨਕ ਸਾਹਿਬ ਨੇ ਵੱਖ ਕੀਤਾ ਸੀਗਾ, ਅਤੇ ਉਸ ਚੀਜ਼ ਦੇ ਵਿੱਚ ਅਸੀਂ ਹਜੇ ਵੀ ਫਸੇ ਹੋਏ ਹਾਂ। ਉਹ ਚੀਜ਼ ਦਾ ਮੈਨੂੰ ਬੜਾ ਸਾਹਮਣਾ ਕਰਨਾ ਪਿਆ, ਕਿਉਂਕਿ ਦੇਖੋ ਭੇਦਭਾਵ ਦੀ ਗੱਲ ਕਰਦਾ ਵੀ ਉੱਦਾਂ ਹੋ ਸਕਦਾ ਜਗਤ ਦੇ ਵਿੱਚ ਜਿਹੜੇ ਇਹ ਹਿੰਦੂ ਸਿੱਖ ਬਣੇ ਨੇ ਅਤੇ ਉਹ ਬੜਾ ਸਤਿਕਾਰ ਵੀ ਕਰਦੇ ਨੇ ਗੁਰੂ ਘਰਾਂ ਦੇ ਵਿੱਚ, ਪਰ ਕੁਛ ਕੱਟੜਵਾਦੀ ਲੋਕ ਨੇ, ਉਹ ਕਈ ਗੁਰਦੁਆਰੇ ਨੂੰ ਚੰਗਾ ਨਹੀਂ ਸਮਝਦੇ, ਫਿਰ ਕਈ ਗੁਰਦੁਆਰੇ ਵਾਲੇ ਚੀਜ਼ ਨੇ ਉਹ ਮੰਦਿਰ ਨੂੰ ਚੰਗਾ ਨਹੀਂ ਸਮਝਦੇ, ਹੈ ਨਾ। ਪਰ ਕਦੇ ਵੀ ਜਿਹੜੇ ਅਸਲੀ ਧਰਮੀ ਲੋਕ ਹੁੰਦੇ ਨੇ ਨਾ, ਜਿਨ੍ਹਾਂ ਨੇ ਅਸਲੀ ਧਰਮ ਨੂੰ ਅਪਣਾ ਲਿਆ ਹੁੰਦਾ ਜਾਂ ਮੰਨ ਲਿਆ ਹੁੰਦਾ, ਉਹ ਇਹਨਾਂ ਚੀਜ਼ਾਂ ਤੋਂ ਵੱਖਰੇ ਹੁੰਦੇ ਨੇ। ਉਹਨਾਂ ਨੇ ਮੰਦਿਰ ਦਾ ਵੀ ਸਤਿਕਾਰ ਕਰਨਾ ਅਤੇ ਉਹਨਾਂ ਨੇ ਗੁਰੂ ਘਰ ਦਾ ਵੀ। ਉਹਨਾਂ ਨੇ ਸਮਦ੍ਰਿਸ਼ਟੀ ਹੋ ਕੇ ਚੱਲਣਾ। ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀਏ ਸੋਈ। ਉਹ ਜੋਗੀ ਉਹ ਅਸਲੀ ਸਿੱਖ ਹੁੰਦਾ ਜਿਹੜਾ ਭੇਦਭਾਵ ਖਤਮ ਕਰੇ। ਅਤੇ ਗੁਰੂ ਸਾਹਿਬ ਨੇ ਚਲੋ ਕਿਰਪਾ ਕੀਤੀ, ਇਹਨਾਂ ਔਕੜਾਂ ਦੇ ਵਿੱਚੋਂ ਵੀ ਕੱਢ ਲਿਆ, ਕਿਉਂਕਿ ਇਹ ਚੀਜ਼ ਤਾਂ ਚਲੋ ਕਬੀਰ ਮਹਾਰਾਜ ਤੋਂ, ਭਗਤ ਨਾਮਦੇਵ ਜੀ ਦੇ ਵੇਲੇ ਤੋਂ ਇਹ ਹੁੰਦੀ। ਹਾਂ, ਬਿਲਕੁਲ ਬਿਲਕੁਲ। ਉਹਨਾਂ ਨੇ ਆਪ ਕਿਹੜਾ ਕੁਝ ਨਹੀਂ ਫੇਸ ਕੀਤਾ, ਆਪਾਂ ਪੜ੍ਹਦੇ ਹੀ ਹਾਂ। ਬਿਲਕੁਲ ਜੀ, ਬਹੁਤ ਕੁਛ ਹੰਡਾਇਆ, ਪਰ ਇਹ ਜਾਤੀਵਾਦ ਸਾਡੇ ਲੋਕਾਂ ਦੇ ਵਿੱਚ ਜਾ ਵੀ ਨਹੀਂ ਸਕਦਾ, ਕਿਉਂਕਿ ਉਹ ਗੁਰੂ ਸਾਹਿਬ ਦੇ ਸਿੱਖ ਬਣਨਾ ਬੜਾ ਔਖਾ ਹੈ। ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਦੇ ਸਿੱਖ ਬਣਨਾ ਬੜਾ ਔਖਾ ਹੈ, ਅਤੇ ਇਸ ਕਰਕੇ ਜਾ ਨਹੀਂ ਸਕਦਾ। ਇਹ ਚੀਜ਼ ਦਾ ਮੈਨੂੰ ਬੜਾ ਸਾਹਮਣਾ ਕਰਨਾ ਪਿਆ। ਚਲੋ ਹੁਣ ਤਾਂ ਗੁਰੂ ਸਾਹਿਬ ਦੀ ਕਿਰਪਾ, ਚਲੋ ਸਾਰਾ ਕੁਝ ਹੋ ਹੀ ਜਾਂਦਾ, ਪਰ ਚੰਗੇ ਇਨਸਾਨ ਵੀ ਬੜੇ ਮਿਲਦੇ ਨੇ, ਅਤੇ ਕਈ ਇੱਦਾਂ ਦੇ ਵੀ ਮਿਲਦੇ ਨੇ ਵੀ ਜਿਨ੍ਹਾਂ ਨੂੰ ਦੇਖ ਕੇ ਇਨਸਾਨੀਅਤ ਵੀ ਸ਼ਰਮਸਾਰ ਹੋ ਜਾਵੇ। ਗੁਰੂ ਸਾਹਿਬ ਕਿਰਪਾ ਕਰਨ, ਚਲੋ ਇਹ ਲੰਘ ਗਿਆ ਜੀਵਨ, ਅੱਗੇ ਆਉਣ ਵਾਲਾ ਗੁਰੂ ਸਾਹਿਬ ਆਪਣੇ ਪਾਣੀ ਦੇ ਵਿੱਚ ਕੱਟ ਲੈਣਗੇ ਜੀ। ਜਦੋਂ ਤੁਸੀਂ ਡਿਸਾਈਡ ਕੀਤਾ ਕਿ ਮੈਂ ਬਾਣੀ ਦਾ ਉਤਾਰਾ ਕਰਨਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰਨਾ ਹੈ, ਔਰ ਉਹ ਵੀ ਸਧਾਰਨ ਨਹੀਂ, ਵਿੱਚ ਉਹਦੇ ਸੋਨ ਮਿਸ਼ਰਿਤ ਸਿਆਹੀ ਤੁਸੀਂ ਵਰਤਣੀ ਹੈ, ਤਾਂ ਜਿਵੇਂ ਘਰ ਦੇ ਹਾਲਾਤ ਸੀਗੇ, ਔਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਪਿਤਾ ਜੀ ਤੁਹਾਡੇ ਗਈਆਂ ਚਰਾਉਂਦੇ ਸੀ, ਬੱਕਰੀਆਂ ਚਰਾਉਂਦੇ ਸੀ, ਮਾਤਾ ਜੀ ਘਰਾਂ ਦੇ ਵਿੱਚ ਕੰਮ ਕਰਦੇ ਸੀ, ਅਜਿਹੇ ਪਰਿਵਾਰ ਦੇ ਬੱਚੇ ਦੇ ਲਈ ਮਤਲਬ ਇਸ ਤਰ੍ਹਾਂ ਦਾ ਮਾਈਂਡ ਸੈੱਟ ਰੱਖਣਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਲਿਖਣਾ ਅਤੇ ਸੋਨੇ ਦੀ ਸਿਆਹੀ ਮਿਸ਼ਰਿਤ ਇੰਕ ਦੇ ਨਾਲ, ਸਿਆਹੀ ਦੇ ਨਾਲ ਲਿਖਣਾ, ਹੈ ਨਾ। ਅਤੇ ਉਹ ਫਿਰ ਕਿਉਂਕਿ ਸੋਨਾ ਇੰਨਾ ਜ਼ਿਆਦਾ ਮਹਿੰਗਾ ਹੈ, ਤਾਂ ਉਦੋਂ ਤੁਸੀਂ ਇਹ ਸੋਚਿਆ, ਅਤੇ ਉਦੋਂ ਕੀ ਮਤਲਬ ਤੁਹਾਡੇ ਮਨ ਦੇ ਵਿੱਚ ਇਹ ਆਇਆ ਕਿ ਸੋਨਾ ਹੀ ਮਿਲਾਉਣਾ ਹੈ, ਅਤੇ ਕਿਉਂ ਸੋਨਾ ਮਿਲਾਉਣਾ ਹੈ? ਦੇਖੋ, ਆਪ ਜੀ ਨੇ ਪਹਿਲਾਂ ਸ਼ੁਰੂਆਤੀ ਜਦੋਂ ਗੱਲ ਕੀਤੀ ਵੀ ਉਸ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਹਿੱਲਦਾ, ਚਲੋ ਹੈ ਸਾਰੀ ਇਹ ਪਰਮਾਤਮਾ ਦੀ ਮਰਜ਼ੀ। ਦੂਸਰੀ ਗੱਲ ਇਹ ਹੈ ਵੀ ਜਦੋਂ ਇੱਕ ਹੁੰਦਾ ਇੱਕ ਕਰਤਾ ਪੁਰਖ, ਇੱਕ ਹੁੰਦਾ ਇੱਕ ਕਰਤਾ, ਇੱਕ ਹੁੰਦੇ ਕਿਰਤ, ਇੱਕ ਕਿਰਤ ਅਤੇ ਇੱਕ ਕਰਤਾ, ਦੋ ਚੀਜ਼ਾਂ ਨੇ ਸੰਸਾਰ ਦੇ ਵਿੱਚ ਵਰਤ ਰਹੀਆਂ। ਇੱਕ ਤਾਂ ਕਿਰਤ ਹੈ, ਜਿਸ ਤਰ੍ਹਾਂ ਇੱਕ ਫਸਲ ਹੈ ਅਤੇ ਇੱਕ ਕਿਸਾਨ ਹੈ ਨਾ ਜੀ। ਫਸਲ ਕਿਰਤ ਹੋ ਗਈ ਅਤੇ ਕਰਤਾ ਕਿਸਾਨ ਹੋ ਗਿਆ। ਇਹ ਦੋ ਚੀਜ਼ਾਂ ਹੀ ਵਰਤ ਰਹੀਆਂ ਨੇ ਸੰਸਾਰ ਦੇ ਵਿੱਚ। ਹੁਣ ਅਸੀਂ ਕਿਰਤ ਹਾਂ ਉਸ ਪਰਮਾਤਮਾ ਦੀ, ਉਹ ਕਰਤਾ ਹੈ। ਦੇਖੋ, ਜੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਉਹ ਫਿਕਰ ਕਰੇ ਤਾਂ ਸਾਰਾ ਕੁਝ ਹੁੰਦਾ ਹੈ, ਜੇ ਆਪਾਂ ਫਿਕਰ ਕਰੀਏ ਤਾਂ ਕੁਝ ਵੀ ਨਹੀਂ ਹੁੰਦਾ। ਕਿਉਂਕਿ ਮੈਂ ਇਹ ਸੋਚ ਕੇ ਕਦੇ ਲੱਗਿਆ ਨਹੀਂ ਸੀ ਵੀ ਆਉਣਾ ਕਿੱਥੋਂ ਹੈ। ਇਹ ਸੋਚਣ ਦੀ ਕੋਈ ਵਜ੍ਹਾ ਹੀ ਨਹੀਂ, ਕਿਉਂਕਿ ਗੁਰੂ ਵੱਡਾ ਹੈ ਨਾ। ਸਾਰੀ ਗੱਲ ਮੁੱਕਦੀ ਆ ਕੇ ਭਰੋਸੇ 'ਤੇ ਹੈ।
ਜਦੋਂ ਤੁਸੀਂ ਪੂਰਨ ਭਰੋਸਾ ਕਰ ਲੈਂਦੇ ਹੋ ਨਾ ਤਾਂ ਫਿਰ ਉਹ ਗੁਰੂ ਤੇਗ ਬਹਾਦਰ ਵਾਂਗੂ ਮੋਢਾ ਲਾਉਣ ਵਾਸਤੇ ਬੀੜੀ ਨੂੰ ਆਪ ਹੀ ਆ ਜਾਂਦਾ ਹੈ ਹਨਾ। ਪੂਰਨ ਭਰੋਸੇ ਦੀ ਗੱਲ ਹੈ। ਨਹੀਂ ਅੱਜ ਕੱਲ੍ਹ ਆਪਾਂ ਪ੍ਰਚਾਰਕ ਵੀ ਸੁਣਿਆ ਵੀ ਇਦਾਂ ਨਹੀਂ ਹੋ ਸਕਦਾ, ਇਦਾਂ ਨਹੀਂ ਹੋ ਸਕਦਾ, ਉਹ ਆਪਸ ਵਿੱਚ ਦੀ ਮਤਭੇਦ ਪਾਈ ਬੈਠੇ ਆ। ਪਰ ਜਿਹਨੂੰ ਪੂਰਨ ਭਰੋਸਾ ਹੈ ਉਹਨੂੰ ਸੱਚੇ ਪਾਤਸ਼ਾਹ ਵਿੱਚ ਸਮੁੰਦਰ ਦੇ ਵੀ ਬਚਾਉਣ ਆ ਜਾਂਦੇ ਨੇ। ਤੇ ਜਿਹਨੂੰ ਪੂਰਨ ਭਰੋਸਾ ਹੈ ਉਹ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਤੇ ਮਜਲੇ ਹਾਥੀ ਨਾਲ ਵੀ ਲੜ ਜਾਂਦਾ ਹੈ। ਜਿਹਨੂੰ ਪੂਰਨ ਭਰੋਸਾ ਹੈ, ਜਿਹਨੂੰ ਪੂਰਨ ਭਰੋਸਾ ਹੈ ਉਹ ਤਤੀ ਤਵੀ ਤੇ ਵੀ ਬੈਠ ਜਾਂਦਾ ਹੈ। ਤੇ ਪੂਰਨ ਭਰੋਸੇ ਕਰਕੇ ਹੀ ਸਾਰੀ ਸਿੱਖ ਪੰਥ ਦੀ ਨੀਂਹ ਰੱਖੀ ਹੈ। ਤੇ ਮੈਂ ਬੇਸ਼ੱਕ ਹਿੰਦੂ ਪਰਿਵਾਰ ਦੇ ਵਿੱਚੋਂ ਜਨਮਿਆ, ਪਰ ਇੱਕ ਗੱਲ ਮੈਂ ਕਹੂੰਗਾ, ਮੈਂ ਸਿੱਖਾਂ ਦੇ ਘਰੇ ਇਹੋ ਜਿਹੇ ਬੱਚੇ ਪੈਦਾ ਹੋਏ ਦੇਖੇ ਨੇ, ਇਹੋ ਜਿਹੇ ਬੰਦੇ ਦੇਖੇ ਨੇ ਜਿਹੜੇ ਗੁਰੂ ਤੇ ਪੂਰਨ ਭਰੋਸਾ ਨਹੀਂ ਕਰਦੇ ਵੀ ਅਸੀਂ ਅਰਦਾਸ ਕੀਤੀ ਹੈ ਸ਼ਾਇਦ ਇੱਦਾਂ ਹੋਊਗਾ ਕਿ ਨਹੀਂ ਹੋਊਗਾ। ਸਾਡੀ ਅਰਦਾਸ ਨਾ ਪੂਰਨ ਹੋਣ ਦਾ ਕਾਰਨ ਇਹ ਹੈ ਵੀ ਅਸੀਂ ਅਰਦਾਸ ਕਰਕੇ ਆਪ ਵੀ ਜ਼ੋਰ ਲਾਉਣਾ ਸ਼ੁਰੂ ਕਰ ਦਿੰਦੇ ਹਾਂ। ਅਰਦਾਸ ਦਾ ਮਤਲਬ ਹੁੰਦਾ ਵੀ ਸਰੈਂਡਰ ਹੋ ਕੇ ਬਿਲਕੁਲ ਆਪਣਾ ਆਪ ਤਿਆਗ ਕੇ ਤੇ ਉਹਨੂੰ ਕਹਿਤਾ ਵੀ ਤੂੰ ਕਰਨਾ ਜਿਹੜਾ ਕੁਝ ਕਰਨਾ, ਡੋਰ ਉਹਦੇ ਹੱਥ ਦੇਣੀ ਪੈਂਦੀ ਹੈ। ਬਿਲਕੁਲ ਜੀ, ਫੇਰ ਅਰਦਾਸ ਪੂਰੀ ਹੁੰਦੀ ਹੈ। ਜੇ ਹੁਣ ਮਤਲਬ ਅਸੀਂ ਆਪ ਦਾ ਜ਼ੋਰ ਲਾਉਂਦੇ ਰਹੀਏ ਤਾਂ ਗੱਲ ਨਹੀਂ ਬਣਦੀ। ਜਿਸ ਤਰ੍ਹਾਂ ਉਹ ਸ਼ਬਦ ਹੁੰਦਾ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁੱਖ ਕਰਿਓ ਹਰਿਓ ਕਰਨਾ ਮੈਂ ਆਪਣੀ ਪੈਜ ਬੜਾਈ। ਵੀ ਗੁਰੂ ਉਹ ਪੰਚਾਲੀ ਨੇ ਅੰਤ ਤੱਕ ਆਪਦਾ ਜ਼ੋਰ ਲਾਉਂਦੀ ਰਹੀ। ਉਹਨੇ ਪੁੱਛਿਆ ਸੀ ਨਾ ਭਗਵਾਨ ਨੂੰ, ਕਹਿੰਦੇ ਵੀ ਤੁਸੀਂ ਆਏ ਕਿਉਂ ਨਹੀਂ, ਇੰਨੀ ਵਾਰ ਬੁਲਾਇਆ ਮੈਂ, ਪਰ ਲਾਸਟ ਤੇ ਜਦੋਂ ਮੇਰੀ ਸਾੜੀ ਉਤਰਨ ਲੱਗੀ ਉਦੋਂ ਕਾਹਤੋਂ ਆਏ ਤੁਸੀਂ। ਤੇ ਉਹ ਭਗਵਾਨ ਕਹਿੰਦਾ ਵੀ ਤੂੰ ਪਹਿਲਾਂ ਆਪਦਾ ਜ਼ੋਰ ਲਾਉਂਦੀ ਰਹੀ, ਤਾਂ ਕਰਕੇ ਮੈਂ ਨਹੀਂ ਆਇਆ। ਮੈਨੂੰ ਬੁਲਾਉਂਦੀ ਵੀ ਸੀ, ਨਾਲ ਆਪਦਾ ਜ਼ੋਰ ਲਾ ਰਹੀ ਸੀ, ਪਰ ਜਦੋਂ ਲਾਸਟਲੇ ਸਮੇਂ ਤੂੰ ਬਿਲਕੁਲ ਨਿਹੱਥਾ ਹੋ ਗਈ ਕਿ ਮੇਰਾ ਕੋਈ ਵੀ ਨਹੀਂ, ਬਲ ਛੁੱਟ ਕੇ ਬੰਧਨ ਪਰੇ ਕਛੂ ਨਾ ਹੋ ਤੋ ਪਾਏ। ਕਹਿੰਦੇ ਜਦੋਂ ਕੋਈ ਉਪਾਅ ਨਹੀਂ ਦੱਸਿਆ ਫਿਰ ਤੂੰ ਹੱਥ ਖੜੇ ਕਰਤੇ, ਫਿਰ ਮੈਨੂੰ ਆਉਣਾ ਪੈ ਗਿਆ। ਉਹ ਜਿੱਥੇ ਸਾਰੇ ਸਾਥ ਛੱਡ ਜਾਣ ਉੱਥੇ ਉਹ ਪਰਮਾਤਮਾ ਸਹਾਈ ਹੁੰਦਾ ਹੈ। ਤੇ ਇਸ ਕਰਕੇ ਮੈਂ ਬਿਲਕੁਲ ਹੱਥ ਖੜੇ ਕਰਕੇ ਸੱਚੇ ਪਾਤਸ਼ਾਹ ਦੇ ਅੱਗੇ ਖਲੋਤਾ ਵੀ ਸੱਚੇ ਪਾਤਸ਼ਾਹ ਤੂੰ ਹੀ ਕਰਨਾ, ਤੂੰ ਹੀ ਕਰ। ਆਪ ਜੀ ਨੇ ਵੇਖਿਆ ਹੀ ਹੈ ਨਾ, ਹੁਣ ਸਾਰੇ ਅੰਗਾਂ ਦੇ ਉੱਤੇ ਸੋਨਾ ਲੱਗ ਰਿਹਾ, ਕਿੰਨਾ ਪੈਸਾ ਲੱਗਣਾ। ਵੈਸੇ ਕੋਈ ਗੱਲ ਨਹੀਂ, ਗੁਰੂ ਸਾਹਿਬ ਦਾ ਕਾਰਜ ਉਹਨੇ ਆਪ ਹੀ ਕਰਵਾ ਲੈਣਾ। ਬਸ ਮੇਰਾ ਪੂਰਨ ਭਰੋਸਾ ਹੈ ਵੀ ਮੇਰੇ ਮਕਸਦ ਇਹ ਹੈ ਵੀ ਗੁਰੂ ਸਾਹਿਬ ਨੇ ਬਸ ਸੇਵਾ ਲਾਈ ਹੈ ਮੈਨੂੰ, ਵੀ ਇਹ ਬਾਣੀ ਲਿਖਣੀ ਹੈ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਪੜ੍ਹ ਸਕਣ, ਇਹੋ ਜਿਹੇ ਤਰੀਕੇ ਇਹੋ ਜਿਹੀ ਭਾਵਨਾ ਨਾਲ ਪੜ੍ਹ ਸਕਣ ਵੀ ਉਹਨਾਂ ਨੂੰ ਰਹਿ ਵੀ ਜਾਵੇ। ਦੇਖੋ ਸੋਨਾ ਲਾਉਣ ਦਾ ਕਾਰਨ ਇਹ ਹੈ ਵੀ ਉਹ ਲੰਮੇ ਸਮੇਂ ਤੱਕ ਰਵੇ, ਪਰ ਉੱਤੇ ਇੰਨੇ ਪਿਆਰ ਜਤਾਉਣ ਦਾ ਕਾਰਨ ਇਹ ਹੈ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਵੀ ਸਾਡੇ ਪੁਰਖੇ ਗੁਰਬਾਣੀ ਨੂੰ ਇੰਨਾ ਪਿਆਰ ਕਰਦੇ ਸੀ। ਜਦੋਂ ਸਿੱਖ ਪੰਥ ਦੀ ਸਥਾਪਨਾ ਹੋਈ ਸੀ 550 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਉਸ ਵੇਲੇ ਕਿਉਂਕਿ ਕੋਈ ਉਦੋਂ ਪ੍ਰਿੰਟਿੰਗ ਪ੍ਰੈਸ ਨਹੀਂ ਹੁੰਦੀਆਂ ਸੀਗੀਆਂ, ਉਦੋਂ ਇੰਨਾ ਆਧੁਨਿਕ ਸਮਾਂ ਨਹੀਂ ਸੀਗਾ, ਤਾਂ ਜਿੰਨੇ ਵੀ ਗੁਰੂ ਸਾਹਿਬਾਨ ਸੀ ਉਹਨਾਂ ਨੇ ਹੱਥਾਂ ਦੇ ਨਾਲ ਜਿਹੜੀ ਹੈ ਬਾਣੀ ਲਿਖੀ ਹੈ। ਅਤੇ ਹੁਣ ਤਾਂ ਆਧੁਨਿਕ ਅਸੀਂ ਜੀਵਨ ਦੇ ਵਿੱਚ ਜੀ ਰਹੇ ਹਾਂ, ਤਾਂ ਸਾਡੇ ਕੋਲ ਪ੍ਰਿੰਟਿੰਗ ਪ੍ਰੈਸਿਸ ਵੀ ਨੇ, ਪਰ ਮੈਨੂੰ ਲੱਗਦਾ ਹੈ ਕਿ ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਸਿੱਖੀ ਪ੍ਰਚਾਰ ਹੋ ਰਿਹਾ ਹੈ ਨਾ, ਪਰ ਮੈਨੂੰ ਲੱਗਦਾ ਵੀ ਤੁਸੀਂ ਇਕੱਲੇ ਨੌਜਵਾਨ ਹੋ ਜਿਹੜੇ ਹੱਥ ਦੇ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਹੋ। ਦੇਖੋ ਪੈਂਟਿੰਗ ਪ੍ਰੈਸਾਂ ਦੀ ਗੱਲ ਕਰੀਏ, ਪਹਿਲਾਂ ਵੀ ਦੇਖੋ ਸੀਗੀਆਂ ਨੇ, ਪਹਿਲਾਂ ਪੱਥਰ ਛਾਪੇ ਹੁੰਦੇ ਸੀ, ਪੱਥਰ ਛਾਪੇ ਹੋ ਜਾਂਦੇ ਸੀ, ਪੱਥਰ ਛਾਪੇ ਦੇ ਸਰੂਪ ਬਹੁਤ ਸਾਰੇ ਨੇ, ਪਰ ਗੁਰੂ ਸਾਹਿਬਾਨਾਂ ਨੇ ਤਾਂ ਹੱਥਾਂ ਦੇ ਨਾਲ ਹੀ ਬਾਣੀ ਲਿਖੀ, ਬਾਣੀ ਸਾਰੀ ਹੱਥਾਂ ਨਾਲ ਲਿਖੀ ਗਈ ਹੈ। ਉਹ ਕਾਰਨ ਇਹ ਹੈ, ਇਹ ਸਾਡੇ ਅਸੀਂ ਕੀ ਮੰਨਦੇ ਹਾਂ ਵੀ ਪ੍ਰਗਟ ਗੁਰਾਂ ਕੀ ਦੇ, ਤੇ ਜਿਹੜੀ ਗੁਰੂ ਦੀ ਸੇਵਾ ਹੱਥੀ ਹੁੰਦੀ ਹੈ, ਤੇ ਜਿਹੜੀਆਂ ਛਪਦੀਆਂ ਨੇ ਉਹ ਕਿਤਾਬਾਂ ਹੁੰਦੀਆਂ ਨੇ, ਤੇ ਗੁਰੂ ਦੇ ਅਸੀਂ ਪੱਤਰੇ ਨਹੀਂ ਬੋਲਦੇ, ਪੰਨੇ ਨਹੀਂ ਬੋਲਦੇ, ਅਸੀਂ ਅੰਗ ਬੋਲਦੇ ਹਾਂ। ਉਹਦਾ ਉਹ ਕਾਰਨ ਹੀ ਹੈ ਵੀ ਅਸੀਂ ਦੇਹ ਮੰਨਦੇ ਹਾਂ, ਤੇ ਦੇਹ ਦੀ ਹਾਜ਼ਰ ਨਾਜ਼ਰ ਗੁਰੂ ਦੀ ਸੇਵਾ ਸਿੰਘ ਹੀ ਕਰਨਗੇ ਨਾ, ਉਹ ਕੋਈ ਵੱਖਰਾ ਤਾਂ ਨਹੀਂ ਵੀ ਉਹਨੂੰ ਛਾਪਿਆ ਜਾਵੇਗਾ। ਲਗਾਤਾਰ ਇਹ ਸੇਵਾ ਹੋ ਰਹੀ ਹੈ ਗੁਰੂ ਸਾਹਿਬ ਦੀ, ਪੈਰ ਚੱਪੀ ਕਰ ਰਹੇ ਹੈ। ਇਹ ਮੈਂ ਜਿਸ ਤਰ੍ਹਾਂ ਜਿਹੜੇ ਅੱਖਰ ਨੇ ਨਾ, ਉਹ ਗੁਰੂ ਨਾਨਕ ਸਾਹਿਬ ਦੇ ਰੋਮ ਨੇ, ਉਹ ਰੋਮ ਨੇ, ਉਹਨਾਂ ਨੂੰ ਕਿਰਪਾ ਤਾਂ ਵਰਤਦੀ ਹੈ। ਤੇ ਦੂਸਰੀ ਗੱਲ ਦੇਖੋ, ਜਿਸ ਤਰ੍ਹਾਂ ਜੇ ਜਾਨ ਪਾਈ ਹੋਈ ਹੈ ਗੁਰੂ ਸਾਹਿਬ ਨੇ, ਬਾਬਾ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਇਕੱਠੇ ਨੇ ਨਾ ਬਾਣੀ ਸਾਰੀ ਦੇ ਵਿੱਚ। ਦੇਖੋ ਰਾਗ ਬਾਬਾ ਮਰਦਾਨਾ ਜੀ ਹੈ ਤੇ ਬਾਣੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਹੈ। ਤੇ ਸਿੱਖ ਤੇ ਬਾਣੀ ਦਾ ਪ੍ਰੇਮ ਇੱਦਾਂ ਹੀ ਰਹਿਣਾ ਚਾਹੀਦਾ, ਹਮੇਸ਼ਾ ਵੱਖਰੇ ਨਹੀਂ ਹੋਣੇ ਚਾਹੀਦੇ। ਹੁਣ ਜੇ ਉਹ ਛਪੀ ਜਾਂਦੇ ਨੇ ਲਗਾਤਾਰ, ਵੈਸੇ ਤਾਂ ਜੇ ਮੰਨ ਲਈ ਵੀ ਛਾਪਣ ਦੀ ਵੀ ਲੋੜ ਨਹੀਂ, ਹੁਣ ਤਾਂ ਤੁਹਾਨੂੰ ਕਿੰਨਾ ਕੁ ਜ਼ਮਾਨਾ ਫੋਨਾਂ ਦੇ ਵਿੱਚ ਆਈਫੋਨ ਆਈ ਗ੍ਰੰਥ ਰਾਉਂਡ ਐਪ ਆ ਗਈਆਂ ਨੇ, ਉਹ ਫਿਰ ਆਪਾਂ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਕਰ ਦਿੰਦੇ ਨਹੀਂ। ਪਰ ਜਿਹੜਾ ਪ੍ਰਗਟ ਗੁਰਾਂ ਕੀ ਦੇਹ ਮੰਨਣੀ ਆ ਨਾ, ਉਹ ਅੰਗਾਂ ਨੂੰ ਇਸ ਤਰ੍ਹਾਂ ਹੀ ਸੇਵਾ ਕਰਕੇ ਹੋਣੀ ਹੈ।
ਤਾਂ ਕਰਕੇ। ਤੇ ਮਨਕੀਰਤ ਜੀ ਹੁਣ ਕਿੰਨਾ ਮਤਲਬ ਤੁਸੀਂ ਲਗਾਤਾਰ 3 ਸਾਲਾਂ ਤੋਂ ਤੁਸੀਂ ਲਿਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ, ਤੇ ਹੁਣ ਕਿੰਨੇ ਅੰਗ ਜਿਹੜੇ ਹੈ ਤੁਸੀਂ ਉਹ ਪੂਰੇ ਕਰ ਚੁੱਕੇ ਹੋ? 365 ਅੰਗ ਸੰਪੂਰਨ ਹੋ ਚੁੱਕੇ ਨੇ। ਉਹਨਾਂ ਦੇ ਉੱਤੇ ਮੈਂ ਗੋਲਡ ਲਾ ਰਿਹਾ। ਆਪ ਜੀ ਦਰਸ਼ਨ ਕੀਤੇ ਸਾਰੀ ਸੰਗਤ ਨੇ, ਤੇ ਉਹ ਗੋਲਡ ਲਾ ਰਿਹਾ ਕਿਉਂਕਿ ਹੁਣ ਸਾਉਣ ਤੇ ਭਾਦੋ 2 ਮਹੀਨੇ ਸੇਵਾ ਨਹੀਂ ਹੁੰਦੀ, ਇਸ ਕਰਕੇ ਫਿਰ ਵੀ ਮੈਂ ਗੋਲਡ ਲਾਉਣ ਦੀ ਸ਼ੁਰੂ ਕੀਤਾ। ਸ਼ਾਹੀ ਲਿਖ ਨਹੀਂ ਸਕਦੇ, ਹੁਣ ਫੰਗਸ ਹੋ ਜਾਂਦੀ ਹੈ ਥੋੜ੍ਹੀ ਜਿਹੀ, ਤਾਂ ਕਰਕੇ ਫਿਰ ਮੈਂ ਹੁਣ ਗੋਲਡ ਲਾ ਰਿਹਾ ਵੀ ਉਹਨਾਂ 2 ਮਹੀਨਿਆਂ ਦੇ ਵਿੱਚ ਇਹ ਕੰਮ ਕੰਪਲੀਟ ਕੀਤਾ ਜਾਵੇ। ਤੇ ਉਹ 365 ਅੰਗ ਸੰਪੂਰਨ ਹੋ ਚੁੱਕੇ ਨੇ। ਥੋੜ੍ਹੇ ਜਿਹੇ ਹਲਕੇ ਵੀ ਹੋ ਰਹੇ ਸੀਗੇ, ਉਹਨਾਂ ਦੇ ਵਿੱਚ ਨਵੀਂ ਜਾ ਰਹੀ ਸੀ, ਇਸ ਕਰਕੇ ਮੈਂ ਵੀ ਸੋਚਿਆ ਪਹਿਲਾਂ ਗੋਲਡ ਲਾ ਦਈਏ ਜੀ, ਤਾਂ ਕਰਕੇ। ਤੇ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਿਰਮੌਰ ਸੰਸਥਾ ਹੈ ਸਿੱਖਾਂ ਦੀ, ਤਾਂ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਸਨਮਾਨਿਤ ਕੀਤਾ ਗਿਆ ਜਾਂ ਉਹਨਾਂ ਕੰਨਿਓ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਮਦਦ ਕੀਤੀ ਗਈ? ਦੇਖੋ, ਅਕਾਲ ਤਖਤ ਸਾਹਿਬ ਵੱਲੋਂ ਤਾਂ ਨਹੀਂ ਕੋਈ ਇੱਦਾਂ ਦਾ, ਪਰ ਉੱਥੋਂ ਦੇ ਜਿਹੜੇ ਹੈਡ ਗ੍ਰੰਥੀ ਨੇ ਗਿਆਨੀ ਗੁਰਮੁਖ ਸਿੰਘ ਜੀ, ਉਹ ਕਾਫੀ ਸਹਿਯੋਗ ਦਿੰਦੇ ਨੇ ਸਾਨੂੰ। ਤੇ ਕਿਉਂਕਿ ਉਹ ਵੱਡੀ ਸੰਸਥਾ ਹੈ, ਆਮ ਬਹੁਤੇ ਇੱਦਾਂ ਕਾਰਜ ਕਰਦੇ ਹੋਣ ਸਿੰਘਾਂ ਵੱਲ ਬਹੁਤਾ ਨਹੀਂ ਧਿਆਨ ਜਾਂਦਾ। ਚਲੋ ਜੇ ਕਿਸੇ ਦਾ ਗਿਆ ਵੀ ਹੋਊਗਾ ਤਾਂ ਗੱਲ ਵੱਖਰੀ ਹੈ, ਪਰ ਉਹ ਤੁਹਾਡੀ ਕਹਾਣੀ ਤਾਂ ਬਹੁਤ ਵੱਡੀ ਹੈ ਨਾ, ਵੀ ਤੁਸੀਂ ਹਿੰਦੂ ਤੋਂ ਸਿੱਖ ਬਣੇ, ਫਿਰ ਤੁਸੀਂ ਇਕੱਲੇ ਬੜੇ ਹੀ ਨਹੀਂ ਔਰ ਉਸ ਚੀਜ਼ ਨੂੰ ਪੂਰੀ ਤਰ੍ਹਾਂ ਨਿਭਾ ਰਹੇ ਹੋ। ਬਿਲਕੁਲ ਹੈ ਤਾਂ ਵੱਡੀ, ਚਲੋ ਪਰ ਸਾਡੀਆਂ ਤੁਸੀਂ ਕੀ ਕਹਿ ਸਕਦੇ ਹਾਂ ਆਪਾਂ ਸੰਸਥਾਵਾਂ ਦੀ ਆਪਣੀ ਗੱਲ, ਬਹੁਤ ਸਾਰੀਆਂ ਕਮੀਆਂ ਵੀ ਨੇ, ਪਰ ਆਪਾਂ ਚਲੋ ਗੁਰੂ ਦੀ ਗੱਲ ਮੰਨਣੀ ਆ, ਸੰਸਥਾਵਾਂ ਦੇ ਪਿੱਛੇ ਨਹੀਂ। ਤੇ ਦੂਸਰੀ ਗੱਲ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਾਡੇ ਗਿਆਨੀ ਗੁਰਮੁਖ ਸਿੰਘ ਜੀ ਨੇ, ਉਹ ਕਾਫੀ ਮੈਨੂੰ ਸਹਿਯੋਗ ਦਿੰਦੇ ਨੇ। ਤੇ ਹੋਰ ਵੀ ਜਿਹੜੇ ਸਿੱਖ ਜਗਤ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਮਾਰਕੰਡਾ ਵਾਲੇ, ਉਹ ਵੀ ਕਾਫੀ ਹੱਦ ਤੱਕ ਸਹਿਯੋਗ ਦੇ ਦਿੰਦੇ ਨੇ। ਤੇ ਇੱਦਾਂ ਉਹ ਬਹੁਤ ਸਾਰੇ ਸਿੰਘ ਨੇ ਜਿਹੜੇ ਸਾਥ ਦੇ ਰਹੇ ਨੇ, ਪਰ ਵੱਡੀ ਗੱਲ ਇਹ ਹੈ ਵੀ ਚਲੋ ਅਕਾਲ ਤਖਤ ਸਾਹਿਬ ਦੀ ਗੱਲ ਵੱਖਰੀ ਹੈ, ਪਰ ਸਾਨੂੰ ਗੁਰੂ ਸਾਹਿਬ ਦਾ ਸਹਿਯੋਗ ਵੱਡਾ ਹੈ। ਹਾਂਜੀ, ਬਸ ਉਹ ਚਲੋ ਬਾਕੀ ਸਾਰਾ ਕੁਝ ਵਿੱਚ ਹੀ ਆ ਜਾਂਦਾ। ਤੇ ਹੁਣ ਤੱਕ ਵੀਰ ਜੀ ਕਿੰਨਾ ਖਰਚਾ ਹੋ ਚੁੱਕਿਆ, ਤੇ ਹੋਰ ਟੋਟਲ ਕਿੰਨਾ ਖਰਚਾ ਇਹਦੇ ਤੇ ਲੱਗਣਾ ਹੈਗਾ? ਦੇਖੋ ਜੀ, ਪਹਿਲਾਂ ਜਿਹੜਾ ਸਮਾਂ ਸੀ, ਹੁਣ ਹੋਰ ਸਮਾਂ ਹੈ। ਮੈਂ ਪਹਿਲਾਂ ਕੁਝ ਹੋਰ ਕਿਹਾ ਸੀ, ਹੁਣ ਹੋਰ ਕਹਿ ਰਹੇ ਹਾਂ। ਕਾਰਨ ਇਹ ਹੈ ਵੀ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ, ਮੈਂ ਸਿਰਫ ਇਹ ਸੋਚਿਆ ਸੀ ਵੀ ਸ਼ਾਹੀ ਨਾਲ ਲਿਖਾਂਗੇ ਇਕੱਲਾ। ਅੱਛਾ ਜੀ। ਤੇ ਉਸ ਤੋਂ ਬਾਅਦ ਗੋਲਡ ਪਾ ਕੇ ਸ਼ਾਹੀ ਨਾਲ ਲਿਖਾਂਗੇ ਇਕੱਲਾ। ਉਸ ਤੋਂ ਬਾਅਦ ਜਦੋਂ ਵਿੱਚ ਵਿਚਰੇ ਤਾਂ ਪਤਾ ਲੱਗਿਆ ਵੀ ਕਾਗਜ਼ ਨੂੰ ਹੋਰ ਲੰਮਾ ਕਰਨ ਵਾਸਤੇ ਆਪਾਂ ਉਹਦੇ ਉੱਤੇ ਸੋਨਾ ਲਾ ਦਈਏ ਤਾਂ ਹੋਰ ਵੀ ਹੋ ਸਕਦਾ। ਘੱਟੋ ਘੱਟ ਦੇਖੋ ਵੀ ਹੁਣ ਤਾਂ ਹੀ ਖਰਚਾ ਜਿਹੜਾ 15-20 ਲੱਖ ਰੁਪਏ ਦਾ ਹੋ ਚੁੱਕਿਆ ਹੋਊਗਾ, ਅੱਗੇ ਪਰ ਹੋਰ ਹੋ ਸਕਦਾ, ਕਿਉਂਕਿ ਅੰਗ ਦੇ ਉੱਤੇ, ਇੱਕ ਅੰਗ ਦੇ ਉੱਤੇ ਕਰੀਬ 9,000 ਰੁਪਏ ਦਾ 8-9,000 ਰੁਪਏ ਦਾ ਸੋਨਾ ਲੱਗਦਾ, ਤੇ ਅੱਗੇ ਹੋਰ ਵੀ ਹੋਊਗਾ। ਉਹ ਕਿੱਥੋਂ ਆਉਣਾ ਹੈ ਕਿੱਥੋਂ ਨਹੀਂ ਆਉਣਾ, ਮੈਨੂੰ ਕੁਛ ਉਸ ਗੱਲ ਦਾ ਪਤਾ ਨਹੀਂ। ਗੁਰੂ ਸਾਹਿਬ ਆਪ ਕਿਰਪਾ ਕਰਨ। ਟੋਟਲ ਕਿੰਨਾ ਤੁਸੀਂ ਟੋਟਲ ਅਸੀਂ ਜੇ ਅਨੁਮਾਨ ਲਾਈਏ 1430 ਅੰਗਾਂ ਦੇ ਅਨੁਸਾਰ 9,000 ਰੁਪਏ ਦਾ, ਤਾਂ ਕੁਛ 2,000 ਰੁਪਏ ਦੇ ਵਿੱਚ 2 ਕਰੋੜ ਰੁਪਏ ਦੇ ਵਿੱਚ ਬਣਦਾ ਹੈ। ਪਤਾ ਨਹੀਂ ਕੋਈ ਅੱਗੇ ਪਿੱਛੇ ਹੋਊਗਾ, ਪੂਰਾ ਟੋਟਲੀ ਕਨਫਰਮ ਨਹੀਂ ਕੀਤਾ, ਪਰ ਮਤਲਬ ਇੰਨਾ ਕੁ ਹੋ ਸਕਦਾ। ਪਰ ਜੇ ਸੋਚਿਆ ਜਾਵੇ ਤਾਂ ਸਾਡੇ ਸਿੱਖਾਂ ਦੇ ਵਿੱਚ ਇਹੋ ਜਿਹੇ ਪਰਿਵਾਰ ਨੇ ਜਿਹੜੇ ਇਕੱਲੇ ਵਿਆਹਾਂ ਦੇ ਉੱਤੇ ਹੀ, ਸਿੰਗਰ ਦੇ ਉੱਤੇ ਹੀ 2-2 ਕਰੋੜ ਰੁਪਇਆ ਲਾ ਦਿੰਦੇ ਨੇ। ਤੇ ਪਰ ਜੇ ਅਸੀਂ ਗੁਰੂ ਸਾਹਿਬ ਦੀ ਗੱਲ ਆਈਏ, ਉਦੋਂ ਸਾਡੇ ਤੇ ਅਸੀਂ ਤਰਕਵਾਦੀ ਹੋ ਜਾਂਦੇ ਵੀ ਇਹ ਕਿਉਂ ਕਰਨਾ ਜੀ, ਇਹ ਕਿਉਂ ਕਰਨਾ ਜੀ, ਇਹ ਕਿਉਂ ਕਰਨਾ। ਇੱਦਾਂ ਵੀ ਹੋ ਸਕਦਾ। ਜਦੋਂ ਅਸੀਂ ਸ਼ਰਾਬਾਂ ਕਬਾਬਾਂ ਦੇ ਉੱਤੇ ਉਡਾਉਂਦੇ ਹਾਂ, ਉਦੋਂ ਸਾਨੂੰ ਇਹ ਚੀਜ਼ ਨਜ਼ਰ ਨਹੀਂ ਆਉਂਦੀ ਵੀ ਅਸੀਂ ਬੇਫਾਲਤੂ ਗੁੜਾ ਰਹੇ ਹਾਂ। ਜਦੋਂ ਗੁਰੂ ਦੀ ਗੱਲ ਆਉਂਦੀ ਹੈ, ਗੁਰੂ ਦੇ ਉੱਤੇ ਲੱਗ ਵੀ ਬੇਫਾਲਤੂ ਨਹੀਂ ਰਿਹਾ। ਗੁਰੂ ਸਾਹਿਬ ਦੀ ਬਾਣੀ ਸਾਂਭਣ ਵਾਸਤੇ, ਅੰਗਾਂ ਨੂੰ ਸਾਂਭਣ ਵਾਸਤੇ, ਲੰਮਾ ਸਮਾਂ ਵਾਸਤੇ ਤਾਂ ਸੋਨਾ ਲਾ ਰਹੇ ਹਾਂ। ਬੇਫਾਲਤੂ ਨਹੀਂ ਲੱਗ ਰਿਹਾ ਕੋਈ ਵੀ, ਜਾਨੀ ਸ਼ਰਧਾ ਨਹੀਂ ਹੈਗੀ ਇਹਦੇ ਵਿੱਚ। ਪਰ ਸਾਨੂੰ ਬੁਰਿਆਂ ਕੰਮਾਂ ਤੇ ਲਾਉਣ ਵਾਸਤੇ ਬਥੇਰਾ, ਪਰ ਗੁਰੂ ਬਾਰੇ ਸਾਡੇ ਹਾਂਜੀ, ਗੁਰੂ ਬਾਰੇ ਸਾਡਾ ਮਨ ਛੋਟਾ ਪੈ ਜਾਂਦਾ। ਅੱਛਾ, ਕੋਈ ਖਾਸ ਮਨਸ਼ਾ ਹੈਗੀ ਹੈ ਤੁਹਾਡੀ ਕਿ ਜਦੋਂ ਤੁਸੀਂ ਸੰਪੂਰਨ ਉਤਾਰਾ ਕਰ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਤੇ ਕਿੱਥੇ ਸੁਸ਼ੋਭਿਤ ਤੁਸੀਂ ਕਰਨਾ ਚਾਹੁੰਦੇ ਹੋ ਗੁਰੂ ਸਾਹਿਬ ਨੂੰ, ਵੀ ਕਿਸੇ ਖਾਸ ਗੁਰਦੁਆਰੇ ਦੇ ਵਿੱਚ ਕੀ ਤੁਸੀਂ ਸੋਚਿਆ ਹੋਏਗਾ? ਦੇਖੋ ਜੀ, ਮੇਨ ਤਾਂ ਮੇਰਾ ਸੀਗਾ ਮੈਂ ਅਕਾਲ ਤਖਤ ਸਾਹਿਬ ਨੂੰ ਭੇਟ ਕਰਾਂ। ਅੱਛਾ। ਪਰ ਚਲੋ ਉੱਥੇ ਜੇ ਨਾ ਹੋਇਆ ਤਾਂ ਫਿਰ ਅਸੀਂ ਅਸਥਾਨ ਬਣਾਇਆ ਹੋਇਆ ਵੀ ਜਿੱਥੇ ਬੇਸਹਾਰੇ ਬੱਚੇ ਬਜ਼ੁਰਗ ਉਹ ਸਾਰੇ ਰਹਿੰਦੇ ਨੇ, ਉੱਥੇ ਸਥਾਨ ਬਣਾ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਂਗੇ। ਵੀ ਜੇ ਉੱਥੇ ਅਸੀਂ ਪ੍ਰਕਾਸ਼ ਕੀਤਾ ਸਾਡੇ ਕੋਲੇ, ਫਿਰ ਅਸੀਂ ਗੁਰੂ ਸਾਹਿਬ ਦੇ ਵਾਸਤੇ ਇੱਕ ਘੋੜਾ, ਰੱਥ, ਚੰਗਾ ਆਸਣ, ਜਿਵੇਂ ਰਾਜਿਆਂ ਦਾ ਹੁੰਦਾ, ਜਿੱਥੇ ਵੀ ਗੁਰੂ ਸਾਹਿਬ ਨੇ ਜਾਇਆ ਕਰਨਾ, ਰੱਥ ਦੇ ਉੱਤੇ ਚੰਗੇ ਸਿੰਘ ਜਾਇਆ ਕਰਨਗੇ। ਇਹ ਨੇ ਵੀ ਜਿਸ ਤਰ੍ਹਾਂ ਹੁਣ ਆਪਾਂ ਪੰਜ ਸਿੰਘ ਵੀ ਮਸਾਂ ਇਕੱਠੇ ਕਰਨੇ ਪੈਂਦੇ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣੇ ਹੋਣ, ਤਾਂ ਬੜਾ ਔਖਾ ਕਰਨੇ ਪੈਂਦੇ ਨੇ। ਪਰ ਅਸੀਂ ਪੂਰੀ ਸ਼ਾਨੋ ਸ਼ੌਕਤ ਨਾਲ, ਜਿਸ ਤਰ੍ਹਾਂ ਮਹਾਰਾਜੇ ਅੱਗੇ ਜਾਂਦੇ ਹੁੰਦੇ ਸੀਗੇ, ਉਸ ਤਰ੍ਹਾਂ ਲੈ ਕੇ ਜਾਇਆ ਕਰਨਾ ਗੁਰੂ ਸਾਹਿਬ ਨੂੰ, ਕਿਉਂਕਿ ਸਾਡੇ ਮਹਾਰਾਜ ਨੇ ਹਮੇਸ਼ਾ ਹੀ ਮਹਾਰਾਜ ਰਹਿਣਗੇ। ਬਿਲਕੁਲ ਹੀ ਇਜ਼ ਲਿਵਿੰਗ ਗੋਡ ਟਿਲ ਇਟਰਨਿਟੀ। ਧੰਨਵਾਦ ਵੀਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸਾਡੇ ਨਾਲ ਇਹ
ਮਨਕੀਰਤ ਸਿੰਘ ਜੀ ਸੀ, ਜੋ ਕਿ ਪਹਿਲਾਂ ਜਗਨ ਕੁਮਾਰ ਸੀਗੇ, ਜਗਨਦੀਪ ਕੁਮਾਰ ਸੀ, ਜਗਨਦੀਪ ਕੁਮਾਰ ਮਨਕੀਰਤ ਸਿੰਘ ਬਣ ਗਏ ਕਿਉਂਕਿ ਰੁਝਾਨ ਸਿੱਖੀ ਵੱਲ ਹੋ ਗਿਆ। ਔਰ ਇਹ 30 ਸਾਲਾ ਨੌਜਵਾਨ ਇੱਕ ਬਹੁਤ ਹੀ ਵੱਡਾ ਕੰਮ ਕਰ ਰਿਹਾ ਹੈ ਆਪਣੀ ਕੈਪੇਬਿਲਿਟੀ ਨੂੰ, ਜਾਂ ਅਸੀਂ ਕਹਿ ਰਹੇ ਕਿ ਜੋ ਪਰਮਾਤਮਾ ਨੇ ਸਾਨੂੰ ਸਰੀਰ ਬਖਸ਼ਿਆ ਹੈ, ਸਾਨੂੰ ਦਿਮਾਗ ਬਖਸ਼ਿਆ, ਸਾਨੂੰ ਹੱਥ ਬਖਸ਼ਿਆ, ਸਾਨੂੰ ਨੱਕ ਕੰਨ ਅੱਖਾਂ ਬਖਸ਼ੀਆਂ ਨੇ, ਉਹਨਾਂ ਨੂੰ ਜਿਹੜਾ ਹੈ ਗੁਰੂ ਦੀ ਸੇਵਾ ਦੇ ਵਿੱਚ ਲਗਾ ਰਹੇ ਨੇ। ਹੁਣ ਤੱਕ 365 ਜਿਹੜੇ ਅੰਗ ਨੇ ਉਹ ਹੱਥੀਂ ਉਤਾਰਾ ਕਰ ਚੁੱਕੇ ਨੇ ਔਰ ਲਗਾਤਾਰ ਜਿਹੜੀ ਸੇਵਾ ਹੈ ਉਹਨਾਂ ਦੀ ਜਾਰੀ ਹੈ। ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਸੋਨ ਮਿਸ਼ਰਿਤ ਸਿਆਹੀ ਦੇ ਨਾਲ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰ ਰਹੇ ਨੇ ਔਰ ਉਹਨਾਂ ਦੇ ਦਰਸ਼ਨ ਵੀ ਅਸੀਂ ਤੁਹਾਨੂੰ ਜਿਹੜਾ ਹੈ ਤਸਵੀਰਾਂ ਦੇ ਰਾਹੀਂ ਕਰਵਾਏ ਨੇ। ਔਰ ਇਹ ਜਿਹੜਾ ਨੌਜਵਾਨ ਹੈ, ਘਰ ਦੇ ਹਾਲਾਤ ਜਿਹੜੇ ਸੀਗੇ ਉਹ ਇੰਨੇ ਨਾਜ਼ੁਕ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਉਪਰਾਲਾ ਕੀਤਾ ਤੇ ਗੁਰੂ ਸਾਹਿਬ ਨੇ ਜਿਹੜਾ ਹੈ ਇਹਨਾਂ ਦਾ ਸੰਪੂਰਨ ਸਾਥ ਦਿੱਤਾ ਔਰ ਦੇ ਵੀ ਰਹੇ ਨੇ। ਔਰ ਇਹ ਨੌਜਵਾਨ ਮਨਕੀਰਤ ਸਿੰਘ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਆਪਣਾ ਨਾਮ ਦਰਜ ਕਰਵਾ ਰਹੇ ਨੇ। ਭਗਤਾ ਭਾਈਕਾ ਤੋਂ ਸਿੱਖ ਚੈਨਲ ਅਪਡੇਟਸ ਦੇ ਲਈ ਆਕਾਂक्षा ਸਕਸੈਨਾ।